पीबीसी ਦੇ ਸੋਸ਼ਲ ਮੀਡੀਆ ਮਾਧਿਅਮ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਗੁਰਲਾਲ ਸਿੰਘ। ਤਾਂ ਅੱਜ ਸਾਡਾ ਵਿਸ਼ਾ ਹੈਗਾ ਸਿੱਖਿਆ ਤੇ ਅਸੀਂ ਗੱਲ ਕਰਾਂਗੇ। ਤਾਂ ਸਵਾ ਸਾਲ ਪਹਿਲਾਂ ਇੱਕ ਲੇਖਕ ਵੱਲੋਂ ਜਿਹੜਾ ਉਚੇਰੀ ਸਿੱਖਿਆ ਉੱਤੇ ਜਿਹੜਾ ਕਾਫੀ ਵੱਡੇ ਪੱਧਰ ਤੇ ਬੋਲਿਆ ਗਿਆ। ਤਾਂ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਦਾ ਪੱਧਰ ਹੈ ਕਿਸ ਤਰੀਕੇ ਦਾ, ਚਾਹੇ ਉਹ ਸਰਕਾਰੀ ਕਾਲਜਾਂ ਦੀ ਗੱਲ ਕਰ ਲਈਏ ਚਾਹੇ ਉਚੇਰੀ ਸਿੱਖਿਆ ਦੀ ਗੱਲ ਕਰ ਲਈਏ, ਤਾਂ ਜੋ ਪੰਜਾਬੀ ਲੇਖਕ ਸਾਡੇ ਨਾਲ ਹੈ, ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਹਰਮੀਤ ਵਿਦਿਆਰਥੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੀਬੀਸੀ ਵਾਸਤੇ। ਬਹੁਤ ਸ਼ੁਕਰੀਆ ਜੀ ਗੁਰਲਾਲ ਜੀ। ਪੀਬੀਸੀ ਦੇ ਦਰਸ਼ਕਾਂ ਨੂੰ ਬਹੁਤ ਪੀਬੀਸੀ ਦਾ ਸਤਿ ਸ਼੍ਰੀ ਅਕਾਲ, ਉਹਨਾਂ ਦਾ ਸਵਾਗਤ। ਉਹ ਮੇਰੀ ਗੱਲ ਸੁਣਨਗੇ, ਧੰਨਵਾਦ। ਹਰਮੀਤ ਜੀ, ਉਚੇਰੀ ਸਿੱਖਿਆ ਬਾਰੇ ਪਹਿਲਾਂ ਦੱਸੋ, ਹੈ ਕੀ ਅਸਲ 'ਚ ਢਾਂਚਾ ਕੀ ਹੈ? ਗੁਰਲਾਲ ਜੀ, ਪੰਜਾਬ ਦੇ ਵਿੱਚ ਉਚੇਰੀ ਸਿੱਖਿਆ ਦੇ 4-5 ਤਰ੍ਹਾਂ ਦੇ ਕਾਲਜ ਨੇ। ਸਰਕਾਰੀ ਕਾਲਜ ਨੇ, ਸਰਕਾਰੀ ਡਿਗਰੀ ਕਾਲਜ ਨੇ, ਪੋਸਟ ਗ੍ਰੈਜੂਏਟ ਕਾਲਜ ਨੇ, ਇਹ ਸਰਕਾਰੀ ਕਾਲਜ। ਫਿਰ ਕੁਝ ਟੈਕਨੀਕਲ ਕਾਲਜ ਨੇ ਜਿਹਦੇ ਵਿੱਚ ਪੋਲੀਟੈਕਨਿਕ ਨੇ, ਇੰਜੀਨੀਅਰਿੰਗ ਕਾਲਜਸ ਨੇ। ਫਿਰ ਯੂਨੀਵਰਸਿਟੀ ਦੇ ਕੌਂਸਟੀਚੂਐਂਟ ਕਾਲਜ ਨੇ, ਫਿਰ ਏਡਡ ਕਾਲਜ ਨੇ, ਅਤੇ ਫਿਰ ਹੈਗੇ ਨੇ ਨਿਰੋਲ ਪ੍ਰਾਈਵੇਟ ਕਾਲਜ। ਤੁਹਾਡੇ ਸਟਾਰਟ ਤੋਂ ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਉਹ ਹੈਗੀ ਹੈ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦੀ ਹਾਲਤ ਕੀ ਹੈ। ਉਹਦੇ ਲਈ ਸਾਨੂੰ ਥੋੜ੍ਹਾ ਜਿਹਾ ਬੈਕਗਰਾਊਂਡ ਜਾਣਾ ਪਏਗਾ। ਇੱਕ ਵੱਡੇ ਦ੍ਰਿਸ਼ ਦੇ ਵਿੱਚ ਪੰਜਾਬ ਦਾ ਸਰਕਾਰੀ ਕਾਲਜ ਦੀ ਸਥਿਤੀ ਨੂੰ ਵੇਖਣਾ ਪਏਗਾ। ਪੰਜਾਬ ਦੀ ਆਬਾਦੀ ਹੈ 2,80,00,000 ਔਰ ਪੰਜਾਬ ਦੇ ਵਿੱਚ ਇਸ ਵੇਲੇ ਸਰਕਾਰੀ ਕਾਲਜ ਨੇ 47। 3 ਮਹੀਨੇ ਪਹਿਲਾਂ ਤੱਕ ਇਹ 48 ਹੁੰਦੇ ਸੀ। ਇੱਕ ਕਾਲਜ ਜਿਹੜਾ ਉਹਨਾਂ ਨੇ ਸਰਕਾਰ ਨੇ ਆਪਣੇ ਗਲੋਂ ਲਾ ਕੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇ ਦਿੱਤਾ। ਇਹ 47 ਕਾਲਜ ਪੰਜਾਬ 'ਚ ਨੇ, 2,80,00,000 ਦੀ ਆਬਾਦੀ। ਸਾਡੇ ਬਿਲਕੁਲ ਨਾਲ ਹਰਿਆਣਾ ਪੰਜਾਬ 'ਚੋਂ ਪੈਦਾ ਹੋਇਆ, ਛੋਟਾ ਭਾਈ। ਉਹਦੀ ਆਬਾਦੀ ਹੈਗੀ ਹੈ ਤਕਰੀਬਨ 2.5 ਕਰੋੜ। ਕਾਲਜ ਉੱਥੇ ਸਰਕਾਰੀ ਨੇ 170। ਪੰਜਾਬ ਦੇ ਵਿੱਚ 47, ਉੱਥੇ 170। ਬਹੁਤ ਛੋਟਾ ਜਿਹਾ ਸੂਬਾ ਹੈ, ਬਿਲਕੁਲ ਨਾਲ ਹਿਮਾਚਲ। ਕਰੋੜ ਦੇ ਲਗਭਗ ਦੀ ਆਬਾਦੀ, ਕਰੋੜ ਤੋਂ ਘੱਟ। ਸਰਕਾਰੀ ਕਾਲਜ ਨੇ 94। ਪਹਿਲੀ ਸਥਿਤੀ ਤਾਂ ਇਹ ਹੈ ਕਿ ਅਸੀਂ ਆਪਣੇ ਗੁਆਂਢੀ ਰਾਜਾਂ ਤੋਂ ਕਿੰਨੇ ਪਿਛੜੇ ਹੋਏ ਹਾਂ, ਇਹ ਇੱਕ ਸਥਿਤੀ ਹੈ। ਦੂਜੀ ਸਥਿਤੀ ਇਹ ਕਿ ਇਹਨਾਂ ਸਰਕਾਰੀ ਕਾਲਜਾਂ ਦੇ ਵਿੱਚ 1990 ਦੇ ਵਿੱਚ 24,500 ਪੋਸਟਾਂ ਹੁੰਦੀਆਂ ਸੀ। 2006 ਦੇ ਵਿੱਚ ਰੈਸ਼ਨਲਾਈਜ਼ ਕਰਕੇ ਇਹ ਪੋਸਟਾਂ ਕਰਤੀਆਂ 1,873। 550 ਪੋਸਟ ਜਿਹੜੀ ਆ ਉਹ ਉਡਾ ਦਿੱਤੀ ਗਈ। ਕਾਰਨ ਬਸ ਮਤਲਬ ਸਰਕਾਰ ਦੀ ਨੀਤੀ ਹੈ। ਹਾਲਾਂਕਿ 1990 ਤੋਂ ਬਾਅਦ ਦੇਸ਼ ਦੀ ਆਬਾਦੀ ਵੀ ਵਧੀ, ਸੂਬੇ ਦੀ ਆਬਾਦੀ ਵੀ ਵਧੀ, ਕੋਰਸ ਵੀ ਵਧੇ ਨੇ, ਸਾਰਾ ਕੁਛ ਵਧਿਆ, ਸਟਰੈਂਥ ਵੀ ਵਧੀ ਹੈ, ਪਰ ਟੀਚਰ ਘਟਾ ਦਿੱਤੇ ਗਏ। ਕਾਰਨਾਂ ਬਾਰੇ ਆਪਾਂ ਥੋੜ੍ਹਾ ਜਿਹਾ ਬਾਅਦ 'ਚ ਆਉਣਾ। ਇਸ ਵੇਲੇ ਸਰਕਾਰੀ ਕਾਲਜਾਂ ਦੇ ਵਿੱਚ ਸੈਂਕਸ਼ਨਡ ਪੋਸਟਾਂ 1,873, ਜਿਨ੍ਹਾਂ ਵਿੱਚ ਕੁੱਲ 347 ਟੀਚਰ ਕੰਮ ਕਰ ਰਹੇ ਨੇ। ਬਾਕੀ ਰਾਊਂਡ ਅਬਾਊਟ 1,550 ਪੋਸਟ ਖਾਲੀ ਪਈ। ਕਾਰਨ ਫਿਰ ਇੱਥੇ ਆ ਗਿਆ ਜੀ। ਕਾਰਨ ਦੀ ਪਿੱਛੇ ਆਉਣਾ ਮੈਂ, ਕਾਰਨ ਤਾਂ ਆਉਣਾ ਮੈਂ, ਪਹਿਲਾਂ ਮੈਂ ਸਥਿਤੀ ਦੱਸ ਲਵਾਂ। ਇਹ ਜਿਹੜੇ 347 ਨੇ, ਇਹਨਾਂ ਵਿੱਚੋਂ ਵੀ 39 ਟੀਚਰ ਜਿਹੜੇ ਨੇ ਉਹ ਚੰਡੀਗੜ੍ਹ ਦੇ ਕਾਲਜਾਂ 'ਚ ਡੈਪੂਟੇਸ਼ਨ 'ਤੇ ਨੇ। ਬਾਕੀ ਰਹਿ ਗਏ 308। ਇਹ 308 ਦੇ ਵਿੱਚੋਂ 9 ਜਿਹੜੇ ਸ਼ਹਿਰੀ ਕਾਲਜ ਨੇ ਉਹਨਾਂ ਦੇ ਵਿੱਚ ਇਹਨਾਂ 'ਚੋਂ 180 ਟੀਚਰ ਨੇ, 170।
ਤੇ ਜਿਹੜਾ ਬਾਕੀ 38 ਕਾਲਜ ਨੇ ਜਿਹੜੇ ਪਿੰਡੂ ਬੈਕਗਰਾਊਂਡ ਦੇ ਕਾਲਜ ਨੇ, ਜਿਨ੍ਹਾਂ 'ਚ ਜ਼ੀਰਾ ਆ ਜਾਂਦਾ, ਜਿਨ੍ਹਾਂ 'ਚ ਫਾਜ਼ਿਲਕਾ ਆ ਜਾਂਦਾ। ਫਾਜ਼ਿਲਕਾ ਸ਼ਹਿਰ ਨਹੀਂ ਹੈ, ਪਿੰਡ ਹੀ ਹੈ। ਕੋਟਕਪੂਰੇ ਦੇ ਨੇ ਜਾਂ ਲਾਗਲੇ ਆਪਣਾ ਲੰਡੇ ਰੋਡੇ ਦਾ ਕਾਲਜ ਹੈ, ਨਰੂਟ ਪਾਂਸਟਾ ਦਾ ਕਾਲਜ ਹੈ, ਪੱਟੀ ਦਾ ਕਾਲਜ ਹੈ। ਅਬੋਰ ਕੋਈ ਸਰਕਾਰੀ ਕਾਲਜ ਨਹੀਂ ਹੈ, ਅਬੋਰ ਕੋਈ ਸਰਕਾਰੀ ਕਾਲਜ। ਪੇਂਡੂ ਕਾਲਜਾਂ ਦੇ 38 ਕਾਲਜਾਂ 'ਚ 100 ਤੇ 38 ਪੋਸਟ ਬੰਦੇ ਕੰਮ ਕਰ ਰਹੇ ਨੇ। ਇੱਕ ਸਥਿਤੀ ਇਹ ਹੋ ਗਈ। 11 ਕਾਲਜ ਐਸੇ ਨੇ ਪੰਜਾਬ 'ਚ ਜਿਨ੍ਹਾਂ 'ਚ ਇੱਕ ਵੀ ਪਰਮਾਨੈਂਟ ਲੈਕਚਰਰ ਨਹੀਂ ਹੈ। 10 ਕਾਲਜ ਐਸੇ ਨੇ ਜਿਨ੍ਹਾਂ 'ਚ ਇੱਕ ਪਰਮਾਨੈਂਟ ਲੈਕਚਰਰ ਹੈ। 6 ਕਾਲਜ ਐਸੇ ਨੇ ਜਿਨ੍ਹਾਂ 'ਚ 2 ਪਰਮਾਨੈਂਟ ਲੈਕਚਰਰ ਹੈ, ਬਾਕੀ ਫਿਰ ਮਿਕਸ, ਜਿਹੜਾ ਕਿਸੇ 'ਚ 3 ਨੇ, ਕਿਸੇ 'ਚ 2 ਨੇ। ਇਹ ਇੱਕ ਸਥਿਤੀ ਹੈ। ਇਹ ਤੋਂ ਅੱਗੇ ਇੱਕ ਐਨਾਲਿਸਿਸ ਹੋਰ ਕਰਦੇ ਹਾਂ। ਬੋਟਨੀ ਦੇ ਪੰਜਾਬ ਦੇ ਵਿੱਚ ਸਰਕਾਰੀ ਕਾਲਜਾਂ 'ਚ 2 ਲੈਕਚਰਰ ਨੇ 47 'ਚ, ਹਿੰਦੀ ਦੇ 10, ਮੈਥ ਦੇ 14, ਅੰਗਰੇਜ਼ੀ ਦੇ 25, ਫਿਜ਼ਿਕਸ ਦੇ ਕੁਝ ਜ਼ਿਆਦਾ ਨੇ, 65 ਦੇ ਕਰੀਬ ਨੇ, ਫਿਜ਼ਿਕਸ ਜਾਂ ਕੈਮਿਸਟਰੀ ਦੇ 65 ਨੇ। ਔਰ ਅਸੀਂ ਜਿਹੜੇ ਪੰਜਾਬ 'ਚ ਬੈਠੇ ਪੰਜਾਬੀ 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 ਕੂਕਦੇ ਹਾਂ। ਸਾਨੂੰ ਬੜੇ ਮਾਣ ਨਾਲ ਸਾਡਾ ਸਿਰ ਉੱਚਾ ਕਰਕੇ ਘੁੰਮਣਾ ਚਾਹੀਦਾ ਹੈ ਕਿ ਪੰਜਾਬ ਦੇ 47 ਸਰਕਾਰੀ ਕਾਲਜਾਂ ਵਿੱਚ ਪੰਜਾਬੀ ਦੇ ਲੈਕਚਰਰਾਂ ਦੀ ਕੁੱਲ ਗਿਣਤੀ 18 ਹੈ। ਪੰਜਾਬ ਸੂਬੇ ਪੂਰੇ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਪਰਮਾਨੈਂਟ ਲੈਕਚਰਰਾਂ ਦੀ ਗਿਣਤੀ 18 ਹੈ। ਉਹ ਵੀ ਜਿਹੜਾ ਪੰਜਾਬੀ ਵਿਸ਼ਾ, ਪੰਜਾਬੀ ਵਿਸ਼ਾ। ਬੋਟਨੀ ਦੇ ਮੈਂ ਤੁਹਾਨੂੰ ਦੱਸਿਆ 2 ਨੇ। ਮਾਂ ਬੋਲੀ ਦੀ ਤਾਂ ਇਦੋਂ ਵੱਡੀ ਤਰਾਸਦੀ ਹੋ ਹੀ ਨਹੀਂ ਸਕਦੀ। ਮਿਊਜ਼ਿਕ ਦੇ 4 ਵੋਕਲ ਦੇ, 4 ਇੰਸਟਰੂਮੈਂਟਲ ਦੇ। ਅੱਛਾ, ਪੰਜਾਬੀ ਤੋਂ ਬਾਅਦ ਦੂਜਾ ਵੱਡਾ ਵਿਸ਼ਾ ਕਿਹੜਾ ਅੱਜ ਕੱਲ੍ਹ? ਕੰਪਿਊਟਰ। ਅਸੀਂ ਡਿਜੀਟਲ ਇੰਡੀਆ ਚੀਕੀ ਜਾਂਦੇ ਹਾਂ। 4 ਲੈਕਚਰਰ ਨੇ ਸਾਰੇ ਸਰਕਾਰੀ ਕਾਲਜਾਂ 'ਚ। ਇੱਕ ਸਥਿਤੀ ਇਹ ਹੋ ਗਈ। ਢਾਂਚਾ ਫਿਰ ਕਿਸ ਤਰੀਕੇ ਦਾ ਬਣਿਆ ਹੋਇਆ? ਮੈਂ ਦੱਸਦਾ ਨਾ। ਹੁਣ ਇਹ ਵੀ ਇਹ ਹੈ, ਇਹ ਗੱਲ ਕੀ ਆ ਫਿਰ? ਗੱਲ ਇਹ ਹੈ ਕਿ 1996 ਤੋਂ ਬਾਅਦ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਭਰਤੀ ਨਹੀਂ ਹੋਈ। ਕਈ ਕਾਰਨ ਰਹੇ। ਹੁਣ ਇੱਕ ਗੱਲ ਇਹ ਆਉਂਦੀ ਹੈ ਕਿ ਭਰਤੀ ਹੋਈ ਕਿਉਂ ਨਹੀਂ? ਮੇਰੀ ਇਹ ਧਾਰਨਾ ਹੈ ਕਿ 1990 ਤੋਂ ਬਾਅਦ ਜਿੰਨੀਆਂ ਨੀਤੀਆਂ ਬਣ ਰਹੀਆਂ ਨੇ, ਉਹ ਭਾਜਪਾ ਬਣਾਵੇ, ਉਹ ਕਾਂਗਰਸ ਬਣਾਵੇ, ਉਹ ਕੋਈ ਬਣਾਵੇ, ਉਹਦਾ ਇੱਕੋ ਇੱਕ ਮਨੋਰਥ ਹੈ ਕਿ ਆਮ ਬੰਦੇ ਨੂੰ ਜ਼ਿੰਦਗੀ ਚੋਂ ਖਾਰਜ ਕਰ ਦੇਣਾ। ਬਹੁਤ ਛੋਟੀਆਂ ਛੋਟੀਆਂ 3-4 ਉਦਾਹਰਨਾਂ ਦਿਆਂਗਾ। ਪ੍ਰਾਈਵੇਟ ਸਕੂਲਾਂ 'ਚ ਕੀ ਮਾੜਾ ਬੰਦਾ ਆਪਣਾ ਬੱਚਾ ਪੜ੍ਹਾ ਸਕਦਾ? ਬਿਲਕੁਲ ਵੀ ਨਹੀਂ। ਪ੍ਰਾਈਵੇਟ ਕਾਲਜਾਂ 'ਚ ਪੜ੍ਹਾ ਸਕਦਾ? ਪ੍ਰਾਈਵੇਟ ਹਸਪਤਾਲ 'ਚ ਮਾੜਾ ਬੰਦਾ ਇਲਾਜ ਕਰਾ ਸਕਦਾ? ਬਿਲਕੁਲ ਵੀ ਨਹੀਂ। ਪ੍ਰਾਈਵੇਟ ਬੱਸ ਤੇ ਮਾੜਾ ਬੰਦਾ ਚੜ੍ਹ ਸਕਦਾ? ਛੱਡੋ। ਇੱਕ ਚੀਜ਼ ਹੈ ਬੰਦੇ ਦੀ ਜ਼ਰੂਰਤ, ਉਹਦਾ ਜਿਹੜਾ ਮਨੋਰੰਜਨ। ਕਿ ਜਿਸ ਕਿਸਮ ਦੇ ਸਿਨੇਮਾ ਬਣ ਰਹੇ ਨੇ PVR, ਕੀ ਮਾੜਾ ਬੰਦਾ ਫਿਲਮ ਵੇਖਣ ਜਾ ਸਕਦਾ? ਬਹੁਤ ਵੱਡੀ ਗੱਲ ਜਾ ਸਕਦਾ? ਇੱਕ ਪਰਿਵਾਰ ਦੇ ਨਾਲ ਜੇ ਤੁਸੀਂ 5 ਜੀ ਫਿਲਮ ਵੇਖਣ ਚਲੇ ਗਏ, ਤੁਹਾਨੂੰ 3000 ਰੁਪਇਆ ਚਾਹੀਦਾ ਘੱਟੋ ਘੱਟ। 550 ਦਾ ਟਿਕਟ ਹੈ, 500 ਦੀ, ਕਿਤੇ 400 ਦੀ ਹੈ। 268 ਰੁਪਏ ਦਾ ਪੌਪਕਾਰਨ ਦਾ ਪੈਕਟ ਹੈ ਭਾਜੀ। ਅਗਲੀ ਗੱਲ, ਪਿਛਲੇ 20 ਸਾਲਾਂ 'ਚ ਪੰਜਾਬ 'ਚ ਕੀ ਬਣਿਆ? ਪੜ੍ਹਾਈ 'ਚ ਪੁੱਛ ਰਹੇ ਜਾਂ? ਨਹੀਂ, ਮੈਂ ਟੋਟਲ ਗੱਲ ਕਰ ਰਿਹਾ, ਪੁੱਛ ਨਹੀਂ ਰਿਹਾ, ਮੈਂ ਗੱਲ ਕਰ ਰਿਹਾ। ਫਲਾਈਓਵਰ ਬਣੇ ਨੇ,
ਹਾਈਵੇ ਬਣੇ ਨੇ, ਪ੍ਰਾਈਵੇਟ ਹਸਪਤਾਲ ਬਣੇ ਨੇ, ਪ੍ਰਾਈਵੇਟ ਕਾਲਜ ਬਣੇ ਨੇ, ਪ੍ਰਾਈਵੇਟ ਯੂਨੀਵਰਸਿਟੀਆਂ ਬਣੀਆਂ ਨੇ, ਪ੍ਰਾਈਵੇਟ ਬੱਸਾਂ ਆਈਆਂ ਨੇ, ਪ੍ਰਾਈਵੇਟ 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 ਪ੍ਰਾਈਵੇਟ। ਪਬਲਿਕ ਸੈਕਟਰ 'ਚ ਕੁਝ ਵੀ ਨਹੀਂ। ਪਬਲਿਕ ਸੈਕਟਰ ਦੇ ਵਿੱਚ ਮੈਂ ਇਹ ਹੱਥ ਖੜਾ ਕਰਕੇ ਪੁੱਛਦਾ ਕਿ ਪਿਛਲੇ 30 ਸਾਲਾਂ ਦੇ ਵਿੱਚ ਫਿਰੋਜ਼ਪੁਰ ਦੀ ਆਬਾਦੀ ਕਿੰਨੀ ਵਧੀ ਹੈ, ਅਤੇ ਪਿਛਲੇ 30 ਸਾਲਾਂ 'ਚ ਫਿਰੋਜ਼ਪੁਰ ਮਿਊਨਸਿਪਲ ਦੇ ਵਿੱਚ ਕੋਈ ਨਵਾਂ ਸਕੂਲ ਬਣਿਆ? ਇੱਕ ਵੀ ਪ੍ਰਾਇਮਰੀ ਸਕੂਲ ਬਣਿਆ ਸਰਕਾਰੀ? ਅੱਗੇ ਚੱਲਦੇ। ਇਹਦਾ ਮਤਲਬ ਹੈ ਕਿ ਵੱਡੀ ਗੱਲ ਪਿਛਲੇ 30 ਸਾਲਾਂ 'ਚ ਇਹ ਹੋਈ ਹੈ ਕਿ ਆਮ ਬੰਦੇ ਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਧੱਕੇ ਮਾਰ ਕੇ ਪਰੇ ਸੁੱਟ ਦੇਣਾ। ਹੁਣ ਜੇ ਸਰਕਾਰੀ ਸਕੂਲ ਹੈਗਾ, ਉਹਦੇ ਸਾਹਮਣੇ ਜੇ ਪ੍ਰਾਈਵੇਟ ਸਕੂਲ ਖੁੱਲ੍ਹਦਾ, ਉਹ ਕਿਵੇਂ ਚੱਲੂਗਾ? ਉਹਦੇ ਲਈ ਪ੍ਰਾਈਵੇਟ ਸਕੂਲ ਨੂੰ ਤਬਾਹ ਕਰਨਾ ਜ਼ਰੂਰੀ ਹੈ। ਜੇ ਸਿਵਲ ਹਸਪਤਾਲ ਦੇ ਵਿੱਚ 10 ਰੁਪਏ ਦੀ ਪਰਚੀ ਨਾਲ ਫੁੱਲ ਸਹੂਲਤਾਂ ਮਿਲਦੀਆਂ ਹੋਣ, ਤਾਂ ਕਿਹੜੇ ਮੂਰਖ ਦਾ ਜੀ ਕਰਦਾ ਕਿ ਉਹ ਪ੍ਰਾਈਵੇਟ ਜਾ ਕੇ 5500 ਦਾ ਬੈੱਡ ਲਵੇ? ਫਿਰ ਕਰਨਾ ਕੀ ਪਏਗਾ? ਸਰਕਾਰੀ ਸੰਸਥਾਵਾਂ ਤਬਾਹ ਕਰਨੀਆਂ ਪੈਣਗੀਆਂ। ਕਿਉਂ ਤਬਾਹ ਕਰਨੀਆਂ ਪੈਣਗੀਆਂ? ਪ੍ਰਾਈਵੇਟ ਸੈਕਟਰ ਉਸਾਰਦਾ ਕੌਣ ਹੈ? ਮਲਟੀਨੈਸ਼ਨਲ ਕੰਪਨੀਆਂ, ਕਾਰਪੋਰੇਟ, ਬਿਊਰੋਕਰੇਟ, ਵਪਾਰੀ ਤੇ ਨੇਤਾ। ਪੰਜਾਬ ਦੇ ਕਿੰਨੇ ਕਾਲਜ ਨੇ ਪ੍ਰਾਈਵੇਟ ਜਿਹੜੇ ਵੱਡੇ ਲੀਡਰਾਂ ਦੇ ਨੇ, ਜਾਂ ਉਹਨਾਂ ਦਾ ਹਿੱਸਾ ਹੈ, ਜਾਂ ਉਹਨਾਂ ਦੇ ਪਰਿਵਾਰ ਦੇ ਨੇ? ਮਤਲਬ ਸਰਕਾਰੀ ਸੰਸਥਾਨ ਨੂੰ, ਪ੍ਰਾਈਵੇਟ ਸੈਕਟਰ ਨੂੰ ਉਤਸ਼ਾਹ ਦੇਣ ਲਈ ਸਰਕਾਰੀ ਸੈਕਟਰ ਨੂੰ ਤਬਾਹ ਕਰਨਾ ਬਹੁਤ ਜ਼ਰੂਰੀ ਹੈ। ਇਸ ਕਰਕੇ ਪਿਛਲੇ 30 ਸਾਲਾਂ ਤੋਂ ਕੌਂਸਟੈਂਟਲੀ ਪੰਜਾਬ ਦਾ ਹਰ ਸਰਕਾਰੀ ਅਦਾਰਾ ਤਬਾਹ ਕੀਤਾ ਜਾ ਰਿਹਾ ਹੈ। ਰੋਡਵੇਜ਼ ਖਤਮ ਕਰਤੀ, ਪ੍ਰਾਈਵੇਟ ਬੱਸਾਂ, तेज रफ्तार जिंदगी, ये वो। सरकारी हस्पताल तबाह करते। मैं अज ही देख रहा सी कि पुछण की कोशिश कर रहा सी किसी नूं कि फिरोजपुर जिले च किन्नियां पेंडू डिस्पेंसरियां ने ते उत्थे किन्ने डॉक्टर काम करते हैं। इसदा सर्वे करना पड़ेगा। पिछले तो कुछ साल पहला सरकार ने MBBS डॉक्टरां नूं भर्ती कीता सी ਤੇ ਉਹਨਾਂ ਨੂੰ ਤਨਖਾਹ ਦਿੱਤੀ ਸੀ 50,000 ਰੁਪਈਆ ਪੇਂਡੂ ਡਿਸਪੈਂਸਰੀ ਦਾ ਡਾਕਟਰ। ਉਸ 50,000 'ਚ ਫਾਰਮਾਸਿਸਟ ਦੀ ਤਨਖਾਹ ਵੀ ਸ਼ਾਮਲ ਸੀ, ਸਫਾਈ ਸੇਵਕ ਦੀ, ਤੇ ਦਵਾਈਆਂ ਵੀ, ਤੇ ਬਿਜਲੀ ਦਾ ਬਿੱਲ ਵੀ। 50,000 ਉੱਕਾ ਪੁੱਕਾ ਡਿਸਪੈਂਸਰੀ ਦਾ। ਸਵਾਲ ਇਹ ਹੈ ਕਿ ਜਦੋਂ ਸਰਕਾਰੀ ਸੈਕਟਰ ਨੂੰ ਸਰਕਾਰ ਹੀ ਤਬਾਹ ਕਰਨ ਲੱਗ ਪਊਗੀ, ਮੈਨੂੰ ਯਾਦ ਹੈ ਸ਼ਾਇਦ ਉਦੋਂ ਸੁਖਬੀਰ ਬਾਦਲ ਸਨ ਜਾਂ ਮਨਪ੍ਰੀਤ ਸਨ, ਸਨਾਵਰ ਸਕੂਲ ਨੂੰ 1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਸੀ। ਪੰਜਾਬ ਦੇ ਕਿੰਨੇ ਸਰਕਾਰੀ ਸਕੂਲਾਂ ਨੂੰ ਗ੍ਰਾਂਟ ਮਿਲਦੀ ਹੈ? ਕਿੰਨੇ ਸਰਕਾਰੀ ਕਾਲਜਾਂ ਨੂੰ ਗ੍ਰਾਂਟ ਮਿਲਦੀ ਹੈ? ਇੱਥੇ ਰੁਕਦੇ ਹਾਂ। ਇਹ ਹੈ ਇੱਕ ਸਥਿਤੀ। ਪੰਜਾਬ 'ਚ ਜਿਹੜੇ ਕਾਲਜ ਨੇ ਸਰਕਾਰੀ, ਇਹ ਬਣੇ ਕਿਵੇਂ ਨੇ? ਇਹਦੇ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਪੰਜਾਬ ਦੇ ਬਹੁਤੇ ਸਰਕਾਰੀ ਕਾਲਜ ਕਿਸੇ ਵੇਲੇ ਪ੍ਰਾਈਵੇਟ ਕਾਲਜ ਸਨ, ਚਾਹੇ ਉਹ ਢੁੱਡੀਕੇ ਦਾ ਲਾਲਾ ਲਾਜਪਤ ਰਾਏ ਕਾਲਜ ਹੋਵੇ, ਚਾਹੇ ਉਹ ਜਗਰਾਓਂ ਦਾ ਸਨਮਤੀ ਦੇਵੀ ਕਾਲਜ ਹੋਵੇ, ਚਾਹੇ ਉਹ ਮਾਨਸੇ ਦਾ ਕਾਲਜ ਹੋਵੇ ਜਿੱਥੇ ਅਜਮੇਰ ਔਲਖ ਵੀ ਪੜ੍ਹਾਉਂਦੇ ਰਹੇ ਨੇ। ਇਹ ਸਾਰੇ ਪ੍ਰਾਈਵੇਟ ਕਾਲਜ ਦੇ ਤੌਰ 'ਤੇ ਬਣੇ।
ਹੌਲੀ ਹੌਲੀ ਸਰਕਾਰ ਦੇ ਹੱਥਾਂ 'ਚ ਦਿੱਤੇ ਗਏ। ਅੱਜ ਸਰਕਾਰ ਇਹਨਾਂ ਨੂੰ ਹੌਲੀ ਹੌਲੀ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਤਿਆਰੀ 'ਚ ਹੈ। ਕਿਵੇਂ? ਮੈਂ ਰੈਵਨਿਊ 'ਚ ਆਉਣਾ। ਮੈਂ ਜਦੋਂ ਭਰਤੀ ਹੋਇਆ ਸੀ ਤਾਂ ਸਾਡੀ ਹਰ 15 ਦਿਨ ਬਾਅਦ ਮੀਟਿੰਗ ਹੁੰਦੀ ਸੀ। ਉਸ ਮੀਟਿੰਗ 'ਚ ਸਰਕਾਰ ਦੇ ਆਦੇਸ਼ ਹੁੰਦੇ ਸੀ, ਸਾਡੀਆਂ ਪ੍ਰੋਬਲਮ ਹੁੰਦੀਆਂ ਸੀ, ਗੱਲ ਕਰੀਦੀ ਸੀ, ਸੋਲਵ ਹੁੰਦੀਆਂ ਸੀ। ਗਰਦੌਰੀ ਹੁੰਦੀ ਸੀ, ਉਹਦੀ ਪੜਤਾਲ ਹੁੰਦੀ ਸੀ। ਅੱਜ ਨਾ ਮੀਟਿੰਗ ਹੁੰਦੀ ਹੈ, ਨਾ ਕੋਈ ਪੜਤਾਲ ਹੁੰਦੀ ਹੈ। ਕੁੰਡਾ ਚੱਕਦਾ। ਜਦੋਂ ਕੁੰਡਾ ਚੱਕਦਾ ਫਿਰ ਗਲਤ ਕੰਮ ਹੋਣਗੇ। ਜਦੋਂ ਗਲਤ ਕੰਮ ਹੋ ਗਏ ਫਿਰ ਬਦਨਾਮ ਕਰਾਂਗੇ ਵੀ ਇਹ ਗਲਤ ਕਰਦੇ ਆ। ਹੁਣ ਜਦੋਂ 5-7 ਸਾਲ ਸਰਕਾਰੀ ਕਾਲਜਾਂ 'ਚ ਟੀਚਰ ਨਹੀਂ ਹੋਣਗੇ, ਬੱਚੇ ਨਹੀਂ ਆਉਣਗੇ, ਠੀਕ ਹੈ, ਫਿਰ ਕੀ ਕਰਾਂਗੇ? ਫਿਰ ਇਹੀ ਕਹਾਂਗੇ ਯਾਰ ਵੀ ਸਰਕਾਰੀ ਕਾਲਜ ਚੱਲਦਾ ਰੱਖਣ ਲਈ ਕਿਸੇ ਪ੍ਰਾਈਵੇਟ ਬੰਦੇ ਨੂੰ ਦੇ ਦਿਓ। ਲੋਕ ਵੀ ਕਹਿਣਗੇ ਯਾਰ ਬੰਦ ਨਾਲੋਂ ਤਾਂ ਪ੍ਰਾਈਵੇਟ ਕੋਲ ਚੰਗਾ। ਪਰ ਇਹ ਨਹੀਂ ਨਾ ਕਿਸੇ ਨੂੰ ਪਤਾ ਵੀ ਜਿਹੜਾ ਬੱਚਾ ਤੁਸੀਂ 2000 'ਚ ਪੜ੍ਹਾ ਰਹੇ ਹੋ ਉਹ ਕੱਲ੍ਹ ਨੂੰ ਤੁਹਾਨੂੰ 25,000 'ਚ ਪੜ੍ਹਾਉਣਾ ਪੈਣਾ। ਇਸ ਕਰਕੇ ਸੁਚੇਤ ਤੌਰ ਤੇ ਸਰਕਾਰੀ ਸੰਸਥਾਵਾਂ ਤਬਾਹ ਕੀਤੀਆਂ ਜਾ ਰਹੀਆਂ ਨੇ। ਮੈਂ ਤੁਹਾਡੀ ਗੱਲ ਰੋਕਦਾ ਹੀ, ਜਿਹੜੇ ਲੋਕਾਂ ਦਾ ਵਿਸ਼ਵਾਸ ਹੈ ਪਬਲਿਕ ਸੈਕਟਰ ਤੇ ਹੈਗਾ ਵੀ ਹੈ, ਪਰ ਪੜ੍ਹਾਈ ਦੇ ਮਾਮਲੇ ਦੇ ਵਿੱਚ ਇੰਨਾ ਵਿਸ਼ਵਾਸ ਉੱਠਿਆ ਕਿਉਂ? ਜਿਹੜੇ ਸਾਡੇ ਖੁਦ ਦੇ ਮਾਪਿਓ ਨੇ ਉਹ ਵੀ ਸਰਕਾਰੀ ਸਕੂਲਾਂ 'ਚ ਪੜ੍ਹੇ ਹੈ, ਉਹੀ ਮਾਪਿਓ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਹੀ ਅੱਜ ਸਾਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਾ ਰਹੇ ਆ। ਇਹਦਾ ਕਾਰਨ ਕੀ ਹੈ? ਇਹਦੇ ਤੋਂ ਅਗਲੀ ਵੀ ਇੱਕ ਗੱਲ ਹੈਗੀ ਕਿ ਸਰਕਾਰੀ ਸਕੂਲ ਦਾ ਅਧਿਆਪਕ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ 'ਚ ਕਿਉਂ ਪੜ੍ਹਾਉਂਦਾ? ਬਹੁਤ ਇਲਜ਼ਾਮ ਲੱਗਦੇ ਉਹਦੇ 'ਚ। ਕਿਉਂ ਪੜ੍ਹਾਉਂਦੇ ਆ? ਕਿਉਂਕਿ ਸਰਕਾਰੀ ਅਧਿਆਪਕ ਨੂੰ ਪਤਾ ਹੈ ਕਿ ਮੈਨੂੰ ਪੜ੍ਹਾਉਣ ਦਿੱਤਾ ਹੀ ਨਹੀਂ ਜਾ ਰਿਹਾ। ਸਰਕਾਰੀ ਸਕੂਲ ਜਿਹੜੇ ਨੇ, ਮੈਂ ਸਰਕਾਰੀ ਸਕੂਲਾਂ ਬਾਰੇ ਬਹੁਤੀ ਗੱਲ ਨਹੀਂ ਕਰਨੀ, ਸਿਰਫ ਇੱਕ ਇਸ਼ਾਰਾ ਦੇਣਾ। ਸਰਕਾਰੀ ਸਕੂਲ ਇਸ ਵੇਲੇ ਲੈ ਦੇ ਕੇ ਬਹੁਤ ਜ਼ੋਰ ਲਾਉਂਦੇ ਨੇ, ਟੀਚਰ ਬਹੁਤ ਚੰਗੇ ਨੇ, ਪਰ ਉਹਨਾਂ ਨੂੰ ਡਾਕਾਂ 'ਚ, ਉਹਨਾਂ ਨੂੰ ਗੈਰ ਵਿਦਿਅਕ ਕੰਮਾਂ 'ਚ, ਉਹਨਾਂ ਨੂੰ ਮੀਟਿੰਗਾਂ 'ਚ, ਉਹਨਾਂ ਨੂੰ ਸਰਵ ਸਿੱਖਿਆ ਅਭਿਆਨ 'ਚ, ਉਹਨਾਂ ਨੂੰ ਫਲਾਣੇ 'ਚ, ਉਹਨਾਂ ਨੂੰ ਮਿਡ ਡੇ ਮੀਲ 'ਚ, ਉਹਨਾਂ ਨੂੰ ਇਲੈਕਸ਼ਨਾਂ 'ਚ। ਇਹ ਤਾਂ ਚਲੋ ਉਹ ਕੰਮ ਨੇ ਨਾ ਜਿਹੜੇ ਕਦੇ ਕਦੇ ਆਉਂਦੇ ਨੇ। ਪੰਜਾਬ ਸਰਕਾਰ ਦਾ ਇੱਕ ਮਹਿਕਮਾ ਹੈ PWD, ਉਹਦਾ ਕੰਮ ਹੈ ਸਰਕਾਰੀ ਬਿਲਡਿੰਗਾਂ ਬਣਾਉਣਾ, ਠੀਕ ਹੈ, ਉਹਦੀ ਚੈਕਿੰਗ ਕਰਨਾ, ਉਹਦਾ ਸਾਰਾ ਕੁਝ ਕਰਨਾ। ਸਰਕਾਰ ਆਪਦੇ ਮਹਿਕਮੇ ਤੋਂ ਕੰਮ ਲੈਣ ਦੀ ਬਜਾਏ ਪ੍ਰਿੰਸੀਪਲਾਂ ਨੂੰ ਕਿਉਂ ਕਹਿ ਰਹੀ ਕਿ ਤੁਸੀਂ ਬਿਲਡਿੰਗਾਂ ਬਣਾਓ ਜੀ, ਕਮਰੇ ਬਣਾਓ ਸਕੂਲਾਂ 'ਚ? ਠੇਕੇ ਦਿੱਤੇ ਜਾ ਰਹੇ ਪ੍ਰਿੰਸੀਪਲਾਂ ਨੂੰ? ਨਹੀਂ, ਠੇਕੇ ਨਹੀਂ ਦਿੱਤੇ ਜਾ ਰਹੇ। ਮੈਂ ਉਹੀ ਕਹਿ ਰਿਹਾ ਵੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ, ਠੀਕ ਹੈ। ਹੁਣ ਬਹੁਤ ਸਾਰੇ ਸਕੂਲ ਐਸੇ ਨੇ ਜਿੱਥੇ ਮੇਲ ਸਟਾਫ ਹੈ ਨਹੀਂ, ਉੱਥੇ ਟੀਚਰ ਖਪਦੇ ਨੇ, ਬੁਰਾ ਹਾਲ ਹੈ। ਸੋ ਇਹ ਸਾਰਾ ਕੁਝ ਇੱਕ ਵਿਦਿਅਕ ਢਾਂਚੇ ਨੂੰ ਤਬਾਹ ਕਰਨ ਲਈ ਕੀਤਾ ਜਾ ਰਿਹਾ ਹੈ। ਮੈਨੂੰ ਇਹ ਦੱਸੋ, ਇਹ ਅੱਜ ਤੋਂ ਕਿੰਨੇ ਸਾਲ ਪਹਿਲਾਂ ਤੋਂ ਇਹ ਕੰਮ ਚੱਲ ਗਿਆ? ਇਹ ਮੈਂ ਦੱਸ ਰਿਹਾ ਨਾ ਕਿ 30 ਸਾਲ ਪਹਿਲਾਂ ਤੋਂ ਜਿਹੜੀਆਂ ਨੀਤੀਆਂ ਬਣਨੀਆਂ ਸ਼ੁਰੂ ਹੋਈਆਂ, ਕਿਉਂਕਿ ਜਦੋਂ ਕੋਈ ਪਾਲਿਸੀ ਬਣਦੀ ਹੈ ਨਾ ਉਹ ਇਮੀਡੀਏਟ ਆਪਦਾ ਅਸਰ ਨਹੀਂ ਵਿਖਾਉਂਦੀ। ਪਰ ਦੂਜੇ ਸੂਬਿਆਂ 'ਚ ਤੁਸੀਂ ਕਹਿ ਰਹੇ ਹੋ ਵਧਿਆ, ਪਰ ਪੰਜਾਬੀ ਸੂਬੇ 'ਚ ਦੂਜੇ ਸੂਬਿਆਂ 'ਚ ਵੀ ਉਸ ਤਰ੍ਹਾਂ ਨਹੀਂ ਵਧਿਆ। ਠੀਕ ਹੈ ਤੁਹਾਡੀ ਗੱਲ, ਦੂਜੇ ਸੂਬਿਆਂ ਨੇ ਅਜੇ ਰਜਿਸਟ ਕਰ ਰਹੇ ਨੇ, ਪਰ ਪੰਜਾਬ ਪਹਿਲਾਂ ਕਿਉਂ ਭੋਗ ਰਿਹਾ? ਪੰਜਾਬ ਹਮੇਸ਼ਾ ਹੀ ਜਿਹੜੀ ਚੀਜ਼ ਆਈ ਉਹਦੇ ਮਗਰ ਵਹਿ ਤੁਰਿਆ। ਉਹਦੀ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ, PCO ਆਏ, ਪੰਜਾਬ ਦੇ ਘਰ ਘਰ 'ਚ PCO ਲੱਗ ਗਏ। ਜੇ ਤੁਹਾਨੂੰ ਨਹੀਂ ਪਤਾ ਉਸ ਜ਼ਮਾਨੇ ਦਾ, ਇੱਕ ਗਲੀ 'ਚ 3 PCO। ਪੰਜਾਬ ਦੇ ਵਿੱਚ ਮੈਰਿਜ ਪੈਲੇਸਿਸ ਆਏ, ਗਲੀ ਮਤਲਬ ਹਰ ਸੜਕ ਸ਼ਹਿਰ ਦੇ 4 ਚੁਫੇਰੇ ਮੈਰਿਜ ਪੈਲੇਸ। ਪੰਜਾਬ ਦਾ ਇਹ ਵਹਾਅ ਹੈ ਕਿ ਜਿੱਧਰ ਇਹ ਵਹਿ ਗਿਆ ਇਹਨੇ ਪ੍ਰਾਈਵੇਟ ਵਹਾਅ ਵੇਖਿਆ। ਦੂਜੀ ਗੱਲ, ਥੋੜ੍ਹਾ ਜਿਹਾ ਸਾਰੀ 75 ਸਾਲ ਤੋਂ ਬਲਕਿ ਕਈ 100 ਸਾਲਾਂ ਤੋਂ ਇਹ ਫੂਕ ਛਕਾਈ ਜਾ ਰਹੀ ਨਾ ਕਿ ਪੰਜਾਬੀ ਬੜੇ ਤਗੜੇ, ਬਹਾਦਰ, ਇਹ ਉਹ ਅਸੀਂ ਫੂਕ ਵੀ ਛਕਣੀ ਹੁੰਦੀ ਹੈ ਨਾ। ਇਸ ਕਰਕੇ ਜਿਹੜੀ ਨਵੀਂ ਚੀਜ਼ ਆਈ ਉਹਦੇ ਮਗਰ ਵਹਿ ਤੁਰੇ।
ਆਪਾਂ ਗੱਲ ਕਰਦੇ ਐਜੂਕੇਸ਼ਨ ਤੇ ਚੱਲਦੇ ਹਾਂ। ਆਪਾਂ ਗੱਲ ਕਰ ਰਹੇ ਸੀ ਕਿ ਪ੍ਰਾਈਵੇਟ ਕਾਲਜ, ਹੁਣ ਇੱਕ ਇਹਦੇ ਚੋਂ ਇੱਕ ਥੋੜ੍ਹੀ ਜੀ ਕਾਲਜ ਸਕੂਲ ਦੀ ਗੱਲ ਕਰ ਰਹੇ ਸੀ, ਆਪਾਂ ਸਕੂਲ ਦੀ ਗੱਲ ਕਰ ਰਹੇ ਸੀ। ਸਕੂਲਾਂ ਦੇ ਵਿੱਚ ਮੈਕਸਿਮਮ ਬਜਟ ਦਿੱਤਾ ਜਾ ਰਿਹਾ ਕਮਰਿਆਂ ਵਾਸਤੇ, ਇਨਫਰਾਸਟਰਕਚਰ ਵਾਸਤੇ, ਪਰ ਟੀਚਰ ਹੈ ਨਹੀਂ। ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਦਾ, ਹਰ ਸੰਸਥਾ ਦੇ ਵਿੱਚ, ਵਿਦਿਅਕ ਸੰਸਥਾ 'ਚ ਕਲਰਕ ਹੋਣਾ ਜ਼ਰੂਰੀ ਹੁੰਦਾ। ਪੰਜਾਬ ਦੇ 4-4 5-5 7-7 ਸਕੂਲਾਂ ਲਈ ਇੱਕ ਕਲਰਕ ਆ। ਜਿੱਥੇ ਇੱਕ ਨਹੀਂ ਹੋਣਾ ਚਾਹੀਦਾ ਉੱਥੇ ਇੰਨੇ। ਹਾਂ, ਬਿਲਡਿੰਗਾਂ ਕਿਉਂ ਬਣ ਰਹੀਆਂ ਨੇ? ਕਿਉਂਕਿ ਅਲਟੀਮੇਟਲੀ ਠੇਕੇ ਤੇ ਦੇਣੀਆਂ ਨੇ। ਬਾਅਦ 'ਚ ਕਹਿਣਾ ਆ ਕਿ ਯਾਰ ਅਸੀਂ ਤਾਂ ਇੰਨੇ ਸੋਹਣੇ ਸਕੂਲ ਬਣਾ ਕੇ ਦਿੱਤੇ, ਟੀਚਰਾਂ ਕੰਮ ਨਹੀਂ ਕਰਦਾ, ਇਹ ਬੱਚੇ ਪੜ੍ਹਦੇ ਨਹੀਂ, ਪੜ੍ਹਾਈ ਨਹੀਂ ਹੁੰਦੀ। ਠੀਕ ਹੈ, ਬੱਚੇ ਕਿੱਥੋਂ ਪੜ੍ਹਨਗੇ? ਬੱਚੇ ਕਿੱਥੋਂ ਪੜ੍ਹਨਗੇ? ਤੁਸੀਂ ਤਾਂ ਕਿਹਾ ਹੋਇਆ ਕਿ ਟੀਚਰ ਜਿਹੜਾ 3 ਕਮਰੇ ਬਣਵਾਵੇ ਔਰ ਸਾਇੰਸ ਲੈਬ ਬਣਵਾਉਣੀ ਹੈ, ਇਹ ਟੀਚਰ ਦਾ ਕੰਮ ਹੈ। ਉਹਦੇ ਨਾਲ 2 ਨੁਕਸਾਨ ਹੋਏ। ਤੁਸੀਂ PWD ਵੀ ਮਾਰਤਾ, ਇਹ ਕੰਮ ਉਹਨਾਂ ਦਾ ਸੀ ਨਾ। ਤੁਸੀਂ PWD ਵੀ ਮਾਰਤਾ, ਐਜੂਕੇਸ਼ਨ ਵੀ ਮਾਰਤੀ। ਇਹ ਸਥਿਤੀ ਉੱਚ ਸਿੱਖਿਆ ਦੀ ਗੱਲ ਕਰ ਰਹੇ ਸਾਂ ਆਪਾਂ। ਉੱਚ ਸਿੱਖਿਆ ਦੇ ਢਾਂਚੇ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ। ਅਜੇ ਆਪਾਂ ਸਿਰਫ ਸਰਕਾਰੀ ਕਾਲਜਾਂ ਦੀ ਗੱਲ ਕਰ ਰਹੇ ਹਾਂ। ਕੌਂਸਟੀਚੁਐਂਟ ਕਾਲਜਾਂ ਦੀ ਗੱਲ ਹੈ ਕਿ 600 ਦੇ ਵਿੱਚੋਂ 500 ਪੋਸਟ ਖਾਲੀ ਪਈ ਹੈ। ਸਰਕਾਰ ਨੇ ਐਲਾਨ ਕੀਤਾ ਇਲੈਕਸ਼ਨਾਂ ਕਰਕੇ ਵੀ ਅਸੀਂ 16 ਨਵੇਂ ਕਾਲਜ ਖੋਲ੍ਹ ਰਹੇ ਹਾਂ। ਉਹਨਾਂ ਦੀਆਂ ਬਿਲਡਿੰਗਾਂ ਸ਼ੁਰੂ ਹੋ ਗਈਆਂ, ਕਿਸੇ ਦਾ ਕੱਚਾ ਪੱਕਾ ਦਫ਼ਤਰ ਬਣਾ ਲਿਆ। ਇੱਕ ਵੀ ਪ੍ਰੋਫੈਸਰ ਭਰਤੀ ਨਹੀਂ ਕੀਤਾ। ਬਿਲਡਿੰਗਾਂ, ਸਕੂਲ, ਕਾਲਜ ਬਣਾਈ ਜਾਂਦੇ ਤੇ ਪੜ੍ਹਾਉਣ ਵਾਲਾ ਕੋਈ ਵੀ ਨਹੀਂ। 190 ਦੀ ਸੈਂਕਸ਼ਨ ਦਿੱਤੀ ਹੈ, ਭਰਤੀ ਇੱਕ ਨਹੀਂ ਕੀਤਾ। ਜਿਹੜੇ ਸਰਕਾਰੀ ਸਕੂਲਾਂ 'ਚ, ਸਰਕਾਰੀ ਕਾਲਜਾਂ 'ਚ ਗੈਸਟ ਫੈਕਲਟੀ ਪੜ੍ਹਾ ਰਹੀ ਹੈ, ਗੈਸਟ ਫੈਕਲਟੀ ਦੀ ਗੱਲ ਵੀ ਆਪਾਂ ਕਰਦੇ ਹਾਂ। ਗੈਸਟ ਫੈਕਲਟੀ ਮਤਲਬ ਜਿਹੜਾ ਕੋਈ 21,000 ਤੇ ਪੜ੍ਹਾ ਰਿਹਾ, ਕੋਈ 15,000 ਤੇ ਪੜ੍ਹਾ ਰਿਹਾ, ਕੋਈ ਪਰ ਪੀਰੀਅਡ ਦੇ ਹਿਸਾਬ ਨਾਲ ਪੜ੍ਹਾ ਰਿਹਾ, ਕੋਈ ਠੇਕੇ 'ਤੇ ਹੈ, ਕੋਈ ਡੇਲੀ ਵੇਜ 'ਤੇ ਹੈ, ਕੋਈ ਕੰਟਰੈਕਟ 'ਤੇ ਹੈ, ਕਈ ਕੁਛ ਹੈ। ਉਹਨਾਂ ਦੀਆਂ ਬਦਲੀਆਂ ਕਰਤੀਆਂ ਨਵੇਂ ਕਾਲਜਾਂ 'ਚ। ਜਿੱਥੇ ਪੜ੍ਹਾਉਣਾ ਸੀ, ਜਿੱਥੇ ਉਹ ਪੜ੍ਹਾ ਰਹੇ ਸੀ, ਉੱਥੇ ਕੀ ਹੋਊਗਾ? 8 ਕਾਲਜਾਂ ਤੋਂ ਸਰਕਾਰ ਨੇ ਮੰਗ ਕੀਤੀ ਵੀ ਤੁਸੀਂ 5-5 ਲੱਖ ਰੁਪਈਆ ਦਿਓ, ਜਿਹੜੇ ਪਹਿਲਾਂ ਕਾਲਜ ਚੱਲ ਰਹੇ, ਵੀ ਆਪਾਂ ਨਵੇਂ ਕਾਲਜ ਚਲਾਉਣੇ ਆ। ਕੀ ਹੈ ਮਤਲਬ? 190 ਪੋਸਟਾਂ ਉਹਨਾਂ ਦੀਆਂ ਖਾਲੀ ਪਈਆਂ, 1550 ਸਰਕਾਰੀ ਕਾਲਜਾਂ 'ਚ ਪਈਆਂ, 500 ਪੋਸਟ ਯੂਨੀਵਰਸਿਟੀ ਕੌਂਸਟੀਚਿਊਂਟ ਕਾਲਜਾਂ 'ਚ ਪਈ ਹੈ। 2200 ਪੋਸਟ ਹੋ ਗਈ। ਇਸ ਤੋਂ ਬਾਅਦ ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਦੇ ਹਾਲਤ ਹੈ, ਯੂਨੀਵਰਸਿਟੀਆਂ ਇਸ ਵੇਲੇ ਆਪਣੇ ਰਿਸਰਚ ਸਕਾਲਰਾਂ ਦੇ ਸਿਰ 'ਤੇ ਚੱਲ ਰਹੀਆਂ। ਯੂਨੀਵਰਸਿਟੀਆਂ ਦਾ ਕੰਮ ਪੜ੍ਹਾਉਣਾ ਨਹੀਂ ਹੁੰਦਾ, ਯੂਨੀਵਰਸਿਟੀਆਂ ਦਾ ਕੰਮ ਹੁੰਦਾ ਰਿਸਰਚ ਕਰਾਉਣਾ। ਰਿਸਰਚ ਤਾਂ ਹੋਊਗੀ ਜੇ ਉੱਥੇ ਟੀਚਰ ਹੋਏਗਾ ਤਾਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੋਲੀਟੀਕਲ ਸਾਇੰਸ ਦੇ ਵਿੱਚ 2 ਲੈਕਚਰਰ ਨੇ, 2 ਪ੍ਰੋਫੈਸਰ ਨੇ, ਇੱਕ PhD ਹੈ, ਇੱਕ ਨਾਨ PhD ਹੈ। ਜਿਹੜਾ ਨਾਨ PhD ਉਹ PhD ਕਰਾ ਨਹੀਂ ਸਕਦਾ। ਇਹਦਾ ਮਤਲਬ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਸਿਰਫ ਇੱਕ ਟੀਚਰ ਹੈ ਜਿਹੜਾ PhD ਕਰਾ ਸਕਦਾ। ਜਰਨਲਿਜ਼ਮ ਡਿਪਾਰਟਮੈਂਟ ਦੇ ਵਿੱਚ ਕਲਾਸਾਂ ਜਿਹੜੇ ਰਿਸਰਚ ਸਕਾਲਰ ਲੈਂਦੇ ਨੇ, ਸਿਰਫ 2 ਲੈਕਚਰਰ ਨੇ ਪਰਮਾਨੈਂਟ। ਸਾਰੀਆਂ ਯੂਨੀਵਰਸਿਟੀਆਂ ਦਾ, ਇਹਨਾਂ ਯੂਨੀਵਰਸਿਟੀਆਂ ਮਿਲਾ ਕੇ, ਉਹਦੇ ਜਿਹੜੇ ਰੀਜਨਲ ਸੈਂਟਰ ਨੇ, ਉਹਦੇ ਜਿਹੜੇ ਨੇਬਰਹੁੱਡ ਕੈਂਪਸ ਨੇ, ਉਹ ਮਿਲਾ ਕੇ 4000 ਤੋਂ ਵੱਧ ਪ੍ਰੋਫੈਸਰਾਂ ਦੀਆਂ ਪੋਸਟਾਂ ਖਾਲੀ ਨੇ। ਪੰਜਾਬ ਦੇ ਹਾਇਰ ਐਜੂਕੇਸ਼ਨ ਸਿਸਟਮ ਨੂੰ ਤਬਾਹੋ ਬਰਬਾਦ ਕਰ ਦਿੱਤਾ ਗਿਆ। ਸਿੱਖਿਆ ਮੰਤਰੀ ਤਾਂ ਆਪਾਂ ਅੱਗੇ ਹੀ ਦੇਖ ਚੁੱਕੇ ਹਾਂ, ਜਦੋਂ ਅਧਿਆਪਕ ਧਰਨੇ 'ਤੇ ਹੁੰਦੇ ਆ ਤਾਂ ਅਸੀਂ ਦੇਖਿਆ ਭੱਦੀ ਸ਼ਬਦਾਵਲੀ ਉਹਨਾਂ ਲਈ ਵਰਤੀ ਜਾਂਦੀ ਹੈ। ਅਫਸਰਾਂ ਉਹ ਵੀਡੀਓ ਵੀ ਬਹੁਤ ਵਾਇਰਲ ਹੋਈ ਸੀ। ਅਤੇ ਕਿਵੇਂ ਵੇਖਦੇ ਹੋ ਜਿੱਥੇ ਸਿੱਖਿਆ ਮੰਤਰੀ, ਇੱਕ ਸਵਾਲ ਪੁੱਛਦਾ ਜੀ, ਉਹ ਸਕੂਲ ਸਿੱਖਿਆ ਮੰਤਰੀ ਸੀ,
ਤੁਹਾਨੂੰ ਜਾਂ ਮੈਨੂੰ ਸਾਨੂੰ ਹਾਇਰ ਐਜੂਕੇਸ਼ਨ ਮਿਨਿਸਟਰ ਦਾ ਨਾਂ ਹੀ ਨਹੀਂ ਪਤਾ। ਤੁਹਾਨੂੰ ਪਤਾ ਪੰਜਾਬ ਦਾ ਹਾਇਰ ਐਜੂਕੇਸ਼ਨ ਮਿਨਿਸਟਰ ਕੌਣ ਹੈ? ਨਹੀਂ ਪਤਾ। ਜਦੋਂ ਕੰਮ ਹੀ ਕੋਈ ਨਹੀਂਗਾ, ਕਾਲਜ ਤੁਹਾਡਿਆਂ ਦਾ ਬੁਰਾ ਹਾਲ ਹੈ, ਪ੍ਰੋਫੈਸਰ ਤੁਸੀਂ ਕੋਈ ਨਵਾਂ ਰੱਖਿਆ ਨਹੀਂ, ਪੜ੍ਹਾਈ ਦਾ ਕੋਈ ਸਿਸਟਮ ਨਹੀਂ, ਫਿਰ ਭਾਈ ਹਾਇਰ ਐਜੂਕੇਸ਼ਨ ਮਿਨਿਸਟਰ ਦੀ ਵੀ ਕੀ ਲੋੜ ਹੈ? ਕੀ ਲੋੜ ਹੈ? ਕਾਲਜਾਂ ਦੇ ਵਿੱਚ ਆ ਤੁਹਾਡੇ ਸਾਹਮਣੇ ਹੈ, ਪੰਜਾਬ ਦੇ ਸਭ ਤੋਂ ਪੁਰਾਣੇ ਕਾਲਜਾਂ 'ਚੋਂ ਇੱਕ ਬਲਵੀਰ ਬਰਜਿੰਦਰਾ ਕਾਲਜ ਫਰੀਦਕੋਟ, ਉੱਥੇ ਸਭ ਤੋਂ ਪੁਰਾਣੀ ਐਗਰੀਕਲਚਰ ਹੈ। ਉਹ ਕਹਿੰਦੇ ਬੰਦ ਕਰੋ, ਤੁਸੀਂ ਤੁਹਾਡੇ ਨੋਰਮਸ ਨਹੀਂ ਪੂਰੇ, ਤੁਸੀਂ ਸ਼ਰਤਾਂ ਨਹੀਂ ਪੂਰੀਆਂ ਕਰਦੇ। ਸ਼ਰਤਾਂ ਕਾਲਜ ਨੇ ਪੂਰੀਆਂ ਕਰਨੀਆਂ, ਸ਼ਰਤਾਂ ਵਿਦਿਆਰਥੀਆਂ ਨੇ ਪੂਰੀਆਂ ਕਰਨੀਆਂ, ਸ਼ਰਤਾਂ ਸਰਕਾਰ ਨੇ ਪੂਰੀਆਂ ਕਰਨੀਆਂ ਨੇ। ਅਗਲੀ ਗੱਲ, ਸਰਕਾਰੀ ਸੰਸਥਾਵਾਂ ਨੂੰ ਇੰਝ ਹੀ ਮਤਲਬ ਅੱਜ ਉੱਥੇ ਸ਼ਰਤਾਂ ਪੂਰੀਆਂ ਨਹੀਂ, ਪਰਸੋਂ ਤੁਹਾਡੀ ਝੋਨੇ ਦੀ ਚੁਕਾਈ ਵੇਲੇ ਕਹਿਣਗੇ ਦੀ ਨਵੀਂ ਦੀਆਂ ਸ਼ਰਤਾਂ ਪੂਰੀਆਂ ਨਹੀਂ। ਸ਼ਰਤਾਂ ਹਾਲਾਤ ਮੁਤਾਬਕ ਹੁੰਦੀਆਂ ਨੇ। ਜਿੱਡਾ ਵੱਡਾ ਕੈਂਪਸ ਇੱਕ ਛੋਟੇ ਸ਼ਹਿਰ ਦੇ ਵਿੱਚ ਹੋ ਸਕਦਾ ਐਗਰੀਕਲਚਰ ਦੀ ਪੜ੍ਹਾਈ ਦੀ, ਉਦੋਂ ਵੱਡਾ ਕੈਂਪਸ ਹੈ ਉੱਥੇ। ਪੰਜਾਬ ਦੇ ਵਿੱਚ ਮੈਂ ਇਹ ਕਹਿ ਰਿਹਾ ਕਿ ਹਾਇਰ ਐਜੂਕੇਸ਼ਨ ਦਾ ਕੰਮ ਮੁਕੰਮਲ ਤੌਰ 'ਤੇ ਠੱਪ ਹੈ, ਮੁਕੰਮਲ ਤੌਰ 'ਤੇ ਬੰਦ ਹੈ। ਇਹਦੇ ਬਾਰੇ 'ਚ ਅਸੀਂ ਪਿਛਲੇ ਸਮੇਂ ਤੋਂ ਆਵਾਜ਼ ਉਠਾਉਂਦੇ ਰਹੇ ਹਾਂ। ਹੁਣ ਇੱਕ ਬਣਿਆ ਪਟਿਆਲੇ ਚੰਡੀਗੜ੍ਹ ਦੇ ਵਿੱਚ ਇੱਕ ਸਰਕਾਰੀ ਕਾਲਜ ਬਚਾਓ ਮੰਚ ਬਣਿਆ, ਜਿਹਦੇ ਵਿੱਚ ਉਹ ਮੁੰਡੇ ਕੁੜੀਆਂ ਨੇ ਜਿਹੜੇ PhD ਨੈੱਟ ਨਾਨ ਨੈੱਟ ਪਾਸ ਕੀਤਾ। ਪਰ ਇਹਦੇ ਵਿੱਚ ਇੱਕ ਗੱਲ ਜਿਹੜੀ ਨਾ, ਜਿੰਨਾ ਚਿਰ ਸਮਾਜ ਦਾ ਸਰੋਕਾਰ ਹੈ, ਹੁਣ ਸਮਾਜ ਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਇਹੀ ਸਵਾਲ ਤੇ ਆਉਣ ਵਾਲਾ ਸੀ ਤੁਹਾਡੇ ਕੋਲ, ਮੈਂ ਪੁੱਛਣਾ ਸੀਗਾ ਇਹਦੇ ਲਈ ਜ਼ਿੰਮੇਵਾਰ ਫਿਰ ਤੁਸੀਂ ਕਿਹਨੂੰ ਮੰਨਦੇ ਹੋ? ਸਰਕਾਰ, ਸਮਾਜ, ਲੋਕ ਜਾਂ ਢਾਂਚਾ ਜੋ ਬਣਿਆ? ਸਾਰੇ ਮਿਲ ਕੇ ਜ਼ਿੰਮੇਵਾਰ ਹੁੰਦੇ ਆ, ਕੋਈ ਇੱਕ ਬੰਦਾ ਨਹੀਂ ਹੁੰਦਾ। ਸਰਕਾਰਾਂ ਨੇ ਸਾਨੂੰ ਉਸ ਡਾਇਰੈਕਸ਼ਨ 'ਚ ਤੋਰਿਆ, ਬਰਾਬਰ ਦੇ ਭਾਗੀਦਾਰ, ਅਸੀਂ ਉਹਦੇ 'ਚ ਲੜਨਾ ਸੀਗਾ। ਅਸੀਂ ਸਰਕਾਰ ਦੇ ਨਾਲ ਟੋ ਕਰਕੇ, ਸਾਡੀ ਹਾਲਤ ਕੀ ਹੋ ਗਈ ਹੈ ਗੁਰਲਾਲ ਜੀ, ਅਸੀਂ ਇਸ ਹੱਦ ਤੱਕ ਵੰਡ ਦਿੱਤੇ ਗਏ ਹਾਂ। ਅੱਜ ਤੋਂ 20 ਸਾਲ ਪਹਿਲਾਂ, 25 ਸਾਲ ਪਹਿਲਾਂ ਪਿੰਡਾਂ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੇ ਸੀ ਨਾ, ਬੂਥ ਇੱਕੋ ਲੱਗਦਾ ਸੀ, ਵੋਟ ਜਿੱਥੇ ਮਰਜ਼ੀ ਪਾਓ, ਇੱਕੋ ਬੂਥ ਤੋਂ ਪਰਚੀ ਕਟਾਓ, ਸਾਰੇ ਇਕੱਠੇ ਬਹਿੰਦੇ ਸੀ। ਅੱਜ ਇੱਕ ਪਾਰਟੀ ਦਾ ਇੱਕ ਬੂਥ ਨਹੀਂ ਲੱਗਦਾ। ਅਸੀਂ ਸੋਚੀ ਤਾਂ ਉਧਰ ਜਾਂਦੇ ਹਾਂ। ਜਿਹੜੇ ਆਹ ਸਵਾਲ ਨੇ, ਹੁਣ ਮੈਂ ਤੁਹਾਨੂੰ ਦੋ ਉਦਾਹਰਨਾਂ ਦਿੰਦਾ। ਲਾਲਾ ਜਗਤ ਨਾਰਾਇਣ ਕਾਲਜ ਢੁੱਡੀਕੇ, ਲਾਲਾ ਜਗਤ ਨਾਰਾਇਣ ਹੋਣਾ ਦੀ ਜਨਮ ਸ਼ਤਾਬਦੀ ਸੀ। ਪਿੰਡ ਦਾ ਸਰਪੰਚ ਸੀ ਕੱਟੜ ਕਾਮਰੇਡ ਜਸਵੰਤ ਸਿੰਘ ਕੰਵਲ। ਲਾਲਾ ਜਗਤ ਨਾਰਾਇਣ ਨੂੰ ਸਾਰੇ ਹਿੰਦੂਵਾਦੀ ਨੇਤਾ ਕਹਿੰਦੇ ਸੀ, ਪਰ ਕੰਵਲ ਨੂੰ ਪਤਾ ਸੀ ਕਿ ਕਿਉਂਕਿ ਲਾਲਾ ਜੀ ਦੀ ਜਨਮ ਸ਼ਤਾਬਦੀ ਹੈ, ਜੇ ਸਰਕਾਰ ਤੋਂ ਕੁਝ ਮਿਲਣਾ ਤਾਂ ਲਾਲਾ ਜੀ ਦੇ ਨਾਂ 'ਤੇ ਮਿਲ ਸਕਦਾ, ਨਹੀਂ ਤਾਂ ਨਹੀਂ ਮਿਲਣਾ। ਉਹਨਾਂ ਨੇ ਕਿਹਾ ਸਾਨੂੰ ਲਾਲਾ ਜਗਤ ਨਾਰਾਇਣ ਕਾਲਜ ਦਿਓ। ਸਰਕਾਰ ਸਿੱਖਿਆ ਮੰਤਰੀ ਆਇਆ ਉੱਥੇ, ਉਹ ਕਹਿੰਦੇ ਦੱਸੋ, ਉਹ ਕਹਿੰਦੇ 10 ਕਿੱਲੇ ਜ਼ਮੀਨ ਦਿਓ, ਕਾਲਜ ਖੋਲ੍ਹ ਦਿੰਦੇ। ਪੰਚਾਇਤ ਕੋਲੇ 10 ਕਿੱਲੇ ਜ਼ਮੀਨ ਇਕੱਠੀ ਕਿਤੇ ਨਹੀਂ ਸੀ। ਉੱਥੇ ਇੱਕ ਸਧਾਰਨ ਜੱਟ ਬਚਨ ਸਿੰਘ ਖੜਾ ਸੀ। ਬਚਨ ਸਿੰਘ ਕਹਿੰਦਾ 10 ਕਿੱਲੇ ਜ਼ਮੀਨ ਮੇਰੀ ਲੈ ਲਾ। ਆਮ ਜੱਟ ਜਿਹੜਾ ਖੜਾ, ਅਨਪੜ੍ਹ, ਉਹਦੇ ਅੰਦਰ ਸਿੱਖਿਆ ਦੀ, ਐਜੂਕੇਸ਼ਨ ਦੀ ਕਿੰਨਾ ਇਸ਼ਕ ਹੋਏਗਾ, ਕਿੰਨੀ ਉਹਨੂੰ ਪਤਾ ਹੋਏਗਾ ਕਿ ਵਿੱਦਿਆ ਦੀ ਲੋੜ ਕੀ ਹੈ। ਖੋਲ੍ਹ ਲਓ ਜੀ। ਐਜੂਕੇਸ਼ਨ ਮਿਨਿਸਟਰ ਕਹਿੰਦਾ ਠੀਕ ਹੈ ਜੀ, ਮੈਂ ਪ੍ਰਪੋਜ਼ਲ ਬਣਾ ਕੇ CM ਸਾਹਿਬ ਕੋਲ ਲੈ ਕੇ ਜਾਣਾ। ਉਸ ਜੱਟ ਨੇ ਐਜੂਕੇਸ਼ਨ ਮਿਨਿਸਟਰ ਦੀ ਬਾਂਹ ਫੜ ਲਈ, ਕਹਿੰਦਾ ਜੀ ਮੈਂ ਪ੍ਰਪੋਜ਼ਲ ਲੈ ਕੇ ਘਰੋਂ ਨਹੀਂ ਸੀ ਪੁੱਛਣ ਗਿਆ, ਹੁਣ ਤਾਂ ਇੱਥੇ ਅਨਾਊਂਸ ਕਰਕੇ ਜਾਓ। ਅਨਾਊਂਸ ਹੋਇਆ, ਬਣਿਆ। ਜਦੋਂ ਇਹ ਪ੍ਰਾਈਵੇਟ ਕਾਲਜ ਸੀ, ਉਦੋਂ
ਹਰ ਛਮਾਈ ਕਾਲਜ ਦੀ ਐਡਮਿਨਿਸਟ੍ਰੇਸ਼ਨ ਪ੍ਰਿੰਸੀਪਲ ਸਮੇਤ ਪਿੰਡ ਦੇ ਮੋਤਬਰ ਪਿੰਡਾਂ 'ਚੋਂ ਦਾਣੇ ਇਕੱਠੇ ਕਰਨ ਜਾਂਦੇ ਹੁੰਦੇ ਸੀ। ਹਾੜੀ ਸੋਣੀ ਉਹ ਦਾਣਾ ਰਸਦ ਜੋ ਵੀ ਮਿਲਦਾ ਸੀ ਉਹ ਵੇਚ ਕੇ ਪ੍ਰੋਫੈਸਰਾਂ ਦੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਸੀ। ਔਰ ਇਹ ਉਹ ਕਾਲਜ ਹੈ ਜਿਹਦੇ ਵਿੱਚੋਂ ਗੁਰਬਖਸ਼ ਸਿੰਘ ਮੱਲੀ ਵਰਗਾ ਵੱਡਾ ਕੈਨੇਡੀਅਨ ਲੀਡਰ ਨਿਕਲਿਆ। ਕਾਲਜ ਇੰਜ ਬਣਦੇ। ਜਿਹੜਾ ਕਾਲਜ ਮਾਨਸਾ ਵਾਲਾ ਉਹ ਵੀ ਪ੍ਰਾਈਵੇਟ ਕਾਲਜ ਸੀ, ਉਹ ਵੀ ਐਵੇਂ ਲੋਕਾਂ ਨੇ ਬਣਾਇਆ ਸੀ, ਹੌਲੀ ਹੌਲੀ ਸਰਕਾਰ ਨੂੰ ਦਿੱਤਾ। ਅੱਜ ਬਣੀਆਂ ਬਣਾਈਆਂ ਚੀਜ਼ਾਂ ਨੂੰ ਸਰਕਾਰ ਨਹੀਂ ਚਲਾ ਪਾ ਰਹੀ, ਚਲਾਉਣ ਦੀ ਨੀਅਤ ਨਹੀਂ। ਤੁਸੀਂ ਮੰਨਦੇ ਹੋ ਕਿ ਇੱਕ ਸਰਕਾਰ ਦੀ ਪੋਲਿਸੀ ਹੈ ਵੀ ਲੋਕਾਂ ਨੂੰ ਅਨਪੜ੍ਹ ਹੀ ਬਣਾ ਕੇ ਰੱਖਿਆ ਜਾਏ, ਵੋਟਾਂ ਦੇ ਵਿੱਚ ਇਹਨਾਂ ਦਾ ਜਿਹੜਾ ਇਸਤੇਮਾਲ ਕੀਤਾ ਜਾਵੇ, ਜੇ ਪੜ੍ਹ ਲਿਖ ਕੇ ਜਾਣਗੇ ਤਾਂ ਸਾਨੂੰ ਸਵਾਲ ਕਰਨਗੇ? ਨਹੀਂ, ਉਹਨਾਂ ਨੂੰ ਸਵਾਲ ਸੂਲ ਦੀ ਬਹੁਤੀ ਨਹੀਂ ਹੈਗੀ, ਸਵਾਲ ਸੂਲ ਨਹੀਂ ਹੁਣ ਸੁਣਦੇ। ਹਾਂ, ਇਹ ਹੈ ਵੀ ਅਨਪੜ੍ਹ ਰੱਖੋਗੇ ਤਾਂ ਨੌਕਰੀ ਨਹੀਂ ਮੰਗਣਗੇ। ਜੇ ਮੈਂ ਪੜ੍ਹ ਗਿਆ ਮੈਂ ਨੌਕਰੀ ਤਾਂ ਮੰਗੂਗਾ ਨਾ। ਪਰ ਇੱਕ ਅਨਪੜ੍ਹ ਨੇ ਤਾਂ ਜ਼ਮੀਨ ਦੇ ਕੇ ਸਾਰਾ ਕੁਝ। ਹਰ ਤਰ੍ਹਾਂ ਦੇ ਬੰਦੇ ਹੁੰਦੇ ਆ ਨਾ, ਹਰ ਤਰ੍ਹਾਂ ਦੇ ਬੰਦੇ ਹੁੰਦੇ ਆ। ਸਰਕਾਰ ਵਿੱਚ ਉੱਦਾਂ ਦੇ ਬੰਦੇ ਨਹੀਂ ਹਨ। ਮਤਲਬ ਪੰਜਾਬ ਦੇ ਸਰਕਾਰੀ ਕਾਲਜਾਂ ਦੀ ਹਾਲਤ ਇਹ ਹੈ ਕਿ ਇਹ ਉਹ ਕਾਲਜ ਨੇ ਜਿਨ੍ਹਾਂ 'ਚੋਂ ਮਨਮੋਹਨ ਸਿੰਘ ਨਿਕਲ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ, ਜਿਨ੍ਹਾਂ 'ਚੋਂ ਗੁਰਬਖਸ਼ ਸਿੰਘ ਮੱਲੀ ਨਿਕਲਦਾ ਅਤੇ ਉਹ ਬ੍ਰਿਟਿਸ਼ ਕੋਲੰਬੀਆ ਦਾ MP ਬਣਦਾ। ਇਹਨਾਂ 'ਚੋਂ ਵੱਡੇ ਪਲੇਅਰ ਨਿਕਲਦੇ ਨੇ, ਇਹਨਾਂ 'ਚੋਂ ਵੱਡੇ ਜਗਤਾਰ ਵਰਗੇ ਸ਼ਾਇਰ ਨਿਕਲਦੇ ਨੇ। ਮੁਨੀਰ ਨਿਆਜ਼ੀ ਜਿਹੜਾ ਉਹ ਇਹਨਾਂ ਕਾਲਜਾਂ ਦਾ ਪੜ੍ਹਿਆ ਹੋਇਆ, ਪਾਕਿਸਤਾਨ ਦਾ ਵੱਡਾ ਸ਼ਹਿਰ ਹੁਸ਼ਿਆਰਪੁਰ ਕਾਲਜ ਦਾ ਪੜ੍ਹਿਆ ਹੋਇਆ। ਠੀਕ ਹੈ। ਕਿਸੇ ਵੇਲੇ ਸਪੋਰਟਸ ਕਾਲਜ ਜਲੰਧਰ ਦੀ ਠੁੱਕ ਹੁੰਦੀ ਸੀ, ਬਹੁਤ ਵੱਡੀ ਰੈਪੂਟੇਸ਼ਨ ਹੁੰਦੀ ਸੀ। ਰਜਿੰਦਰਾ ਕਾਲਜ ਬਠਿੰਡਾ ਅਤੇ ਬਰਜਿੰਦਰਾ ਕਾਲਜ ਫਰੀਦਕੋਟ ਅਤੇ ਮਹਿੰਦਰਾ ਕਾਲਜ ਪਟਿਆਲਾ ਅਤੇ ਰਣਬੀਰ ਕਾਲਜ ਸੰਗਰੂਰ, ਇਹਨਾਂ 'ਚ ਸੀਟਾਂ ਮਿਲਣੀਆਂ ਔਖੀਆਂ ਹੁੰਦੀਆਂ ਸੀ। ਅੱਜ ਇਹ ਸਾਰਾ ਕੁਝ ਮਲੀਆਮੇਟ ਕੀਤਾ ਜਾ ਰਿਹਾ। ਕਦੀ ਇਹ ਵੀ ਦਿਨ ਸੋਚੇ ਸੀ ਆਹ ਹਾਲਾਤ ਬਣਨਗੇ? ਤੁਸੀਂ ਆਪਦੇ ਜਿਹਨ ਦੇ ਵਿੱਚ ਕਦੀ ਸੋਚਿਆ ਸੀ ਜਦੋਂ ਦੇ ਮਤਲਬ ਜਿਵੇਂ ਅਸੀਂ 1990 ਤੋਂ ਬਾਅਦ ਜਿਵੇਂ ਜਿਵੇਂ ਨੀਤੀਆਂ ਬਣਦੀਆਂ ਗਈਆਂ ਸਾਨੂੰ ਪਤਾ ਸੀ ਵੀ ਅਲਟੀਮੇਟਲੀ ਇੱਥੇ ਆਉਣਾ। ਹੁਣ ਅਗਲੇ ਦੇ ਹੋਰ ਹਾਲਾਤ ਕਿਵੇਂ ਦੇ ਲੱਗਦੇ ਆ? ਹਾਲਾਤ ਅਜੇ ਤਾਂ ਮਾੜੇ ਹੋਣਗੇ। ਜੇ ਲੜ ਪਏ ਹਾਲਾਤ ਬਦਲ ਵੀ ਸਕਦੇ ਨੇ। ਮੈਨੂੰ ਨਹੀਂ ਲੱਗਦਾ ਜਿਹੜਾ ਰੁੱਖ ਸਿਰ ਬਣ ਨਹੀਂ ਰਿਹਾ। ਮੈਨੂੰ ਨਹੀਂ ਲੱਗਦਾ ਹੁਣ ਬਚਨ ਸਿੰਘ ਵਾਲੇ ਬੰਦੇ ਰਹਿ ਗਏ ਨੇ ਇੱਥੇ। ਇਹ ਨਹੀਂ ਹੁੰਦਾ ਜੇ ਹੁੰਦਾ ਹਰਮੀਤ ਜੀ ਇੱਕ ਮਿੰਟ, ਮੈਂ ਜੇ ਤੁਹਾਡੀ ਗੱਲ ਸੱਚ ਹੁੰਦੀ ਤਾਂ ਪੰਜਾਬ 'ਚੋਂ ਕਿਸਾਨੀ ਅੰਦੋਲਨ ਨਾ ਉੱਠਦਾ। ਆਹੀ ਮੁੰਡੇ ਨੇ ਨਾ ਜਿਨ੍ਹਾਂ ਨੂੰ ਕੱਲ੍ਹ ਤੱਕ ਕਹਿੰਦੇ ਸੀ ਉੜਤਾ ਪੰਜਾਬ ਹੈ ਤੇ ਨਸ਼ੇੜੀ ਨੇ, ਤੇ ਇਹੀ ਨੇ ਨਾ ਮੁੰਡੇ। ਇਹਨਾਂ ਨੂੰ ਫਿਰ ਚੈਲੰਜ ਕਰਨਾ ਪੈਂਦਾ। ਇੱਕ ਦੀ ਗੱਲ ਹੈ, ਪੜ੍ਹਾਈ ਦੇ ਢਾਂਚੇ 'ਚ ਅਜੇ ਤੱਕ ਕਿਸੇ ਨੇ ਚੈਲੰਜ ਨਹੀਂ ਕੀਤਾ ਸਰਕਾਰ ਨੂੰ। ਇਹ ਪਹਿਲੀ ਆਵਾਜ਼ ਉਠਾਈ ਸੀ ਮਤਲਬ ਕੁਝ ਲੋਕਾਂ ਨੇ ਰਲ ਕੇ। ਉਹ ਆਵਾਜ਼ ਹੁਣ ਹੌਲੀ ਹੌਲੀ ਤੁਸੀਂ ਸੁਣਿਆ ਹੋਵੇਗਾ ਪਿਛਲੇ ਦਿਨਾਂ 'ਚ ਡਿਗਰੀਆਂ ਵੇਚੀਆਂ ਨੇ, ਸਬਜ਼ੀਆਂ ਵੇਚੀਆਂ ਨੇ। ਅਸੀਂ ਸਬਜ਼ੀ ਵੇਚਣ ਨੂੰ ਮਾੜਾ ਕੰਮ ਨਹੀਂ ਸਮਝਦੇ, ਪਰ ਯੋਗਤਾ ਦੇ ਮੁਤਾਬਕ ਕੰਮ ਮਿਲਣਾ ਚਾਹੀਦਾ। ਜੀ ਬਿਲਕੁਲ ਠੀਕ ਹੈ। ਇੱਕ ਹਰਮੀਤ ਜੀ ਮੈਂ ਗੱਲ ਰੋਕਦਾ ਤੁਹਾਡੀ, ਮਾफ़ ਕਰਨਾ ਮੈਂ ਵਾਰ-ਵਾਰ ਰੋਕ ਰਿਹਾ। ਲੋਕਾਂ ਦੇ ਵਿੱਚ ਇੱਕ ਇਹ ਵੀ ਬਣ ਗਿਆ ਕਿ ਸਾਨੂੰ ਅਸੀਂ ਪੜ੍ਹ ਲਿਖ ਗਏ ਹਾਂ, ਸਾਨੂੰ ਨੌਕਰੀ ਨਹੀਂ ਮਿਲਦੀ ਅਤੇ ਅਸੀਂ ਪੜ੍ਹਨਾ ਨਹੀਂ। ਇੱਕ ਇਹਦੇ 'ਤੇ ਕਿਵੇਂ? ਇਹ ਠੀਕ ਹੈ ਗੱਲ ਬਿਲਕੁਲ ਲੋਕਾਂ ਦੇ ਅੰਦਰ ਬਣ ਗਿਆ ਹੋਇਆ। ਪਰ ਜਦੋਂ ਲੜਾਈਆਂ ਹੋਣਗੀਆਂ ਨਾ, ਜਦੋਂ ਲੜਾਈ ਹੋਏਗੀ, ਜਦੋਂ ਲੋਕ ਲੜਨਗੇ, ਫਿਰ ਇਹ ਢਾਂਚਾ ਵੀ ਬਦਲੇਗਾ। ਇੱਕ ਹੋਰ ਹੈ, ਉਹ ਝੋਟਾ ਮਰ ਜੇ ਤੇ ਚਮਜੂਆਂ ਆਪੇ ਮਰ ਜਾਂਦੀਆਂ ਨੇ। ਇੱਕ ਅਖੀਰਲਾ ਸਵਾਲ ਹੈ ਤੁਹਾਨੂੰ, ਇਸ ਪੂਰੇ ਵਿੱਦਿਅਕ ਅਦਾਰੇ 'ਤੇ ਜੇ ਆਪਾਂ ਗੱਲ ਕਰੀਏ ਪੰਜਾਬ ਭਰ ਦੇ ਵਿੱਚ, ਇੱਕ ਅਸੀਂ ਅਕਸਰ ਦੇਖਦੇ ਹਾਂ ਇੱਕ ਬੱਚਿਆਂ ਦੇ ਵਿੱਚ ਪੜ੍ਹਨ ਦੀ ਲਗਨ ਬਹੁਤ ਹੁੰਦੀ ਸੀ, ਪੜ੍ਹਦੇ ਸੀ। ਜਿਵੇਂ ਤੁਸੀਂ ਚੈਲੰਜਸ ਦੀ ਗੱਲ ਕੀਤੀ, ਐਕਸੈਪਟ ਕਰਨੇ, ਉਹਨਾਂ 'ਤੇ ਬਾਅਦ 'ਚ ਕੰਮ ਕਰਨਾ। ਇੱਕ ਨਕਲ ਦਾ ਦੌਰ ਜੇ ਇਹਨੂੰ ਕਿਵੇਂ ਦੇਖਦੇ ਹੋ ਜੀ? ਇੱਕ ਇਹ ਵੀ ਤਰਾਸਦੀ ਨਹੀਂ ਹੈਗੀ ਜੀ ਕਿਸੇ ਕਦੀ ਇਸ ਵਿਸ਼ੇ 'ਤੇ ਕਿਸੇ ਨੇ ਗੱਲਬਾਤ ਹੀ ਨਹੀਂ ਕੀਤੀ? ਇੱਕ ਅਸੀਂ ਕਈ ਵਾਰੀ ਮਾਂ ਪਿਓ ਖੁਦ ਬੱਚਿਆਂ ਨੂੰ ਨਕਲ ਕਰਾਉਣ ਵਾਸਤੇ ਸਕੂਲਾਂ ਕਾਲਜਾਂ ਦੇ ਵਿੱਚ ਪਹੁੰਚਦੇ ਆ। ਇੱਕ ਇਹ ਵੀ ਵੱਡਾ ਵਿਸ਼ਾ ਨਹੀਂ ਜੋ ਬੱਚਾ ਨਕਲ ਮਾਰ ਕੇ ਪੜ੍ਹੇਗਾ। ਦੋ ਗੱਲਾਂ। ਮੈਂ 1980 ਦਾ 8ਵੀਂ ਕੀਤੀ ਜੀ, ਅਤੇ 82 ਦੀ 10ਵੀਂ ਕੀਤੀ।
ਤੇ ਮੇਰੇ 10ਵੀਂ ਚੋਂ ਨੰਬਰ ਸੀ 58%। ਜੀ ਤੇ ਸਾਨੂੰ ਲੱਗਦਾ ਸੀ ਵੀ ਕਮਾਲ ਹੋ ਗਈ। ਜਿਵੇਂ ਜਿਵੇਂ ਨੰਬਰ ਮੈਟਰ ਕਰਨ ਲੱਗ ਪਏ ਉਵੇਂ ਉਵੇਂ ਨਕਲ ਦਾ ਦੌਰ ਆਇਆ। ਸਾਡਾ ਵਿਦਿਅਕ ਢਾਂਚਾ ਤਬਾਹ ਹੁੰਦਾ 1980 ਤੋਂ ਲੈ ਕੇ 92 ਤੱਕ, ਅੱਤਵਾਦ ਦੇ ਦੌਰ 'ਚ, 1982 ਤੋਂ ਲੈ ਕੇ, ਕਿਉਂਕਿ ਉਦੋਂ ਪਿੰਡਾਂ 'ਚ ਕੰਟਰੋਲ ਕੋਈ ਨਹੀਂ, ਰਾਜ ਕਿਸੇ ਹੋਰ ਦਾ ਹੁੰਦਾ ਸੀ ਪਿੰਡਾਂ 'ਚ, ਠੀਕ ਹੈ। ਉਹਦੇ ਕਰਕੇ ਉਹਦੀ ਅਸੀਂ ਸਜ਼ਾ ਭੁਗਤ ਰਹੇ ਹਾਂ। ਉਹ ਅਜੇ ਗਿਆ ਦੌਰ ਤੇ ਇੱਕਦਮ ਲਿਬਰਲਾਈਜੇਸ਼ਨ, ਪ੍ਰਾਈਵੇਟੇਸ਼ਨ ਦਾ ਹਮਲਾ ਹੋ ਗਿਆ। ਉਹਦੇ ਵਿੱਚ ਸਾਡੇ ਪੈਰ ਹੀ ਨਹੀਂ ਲੱਗੇ। ਹੁਣ ਸਥਿਤੀ ਇਹ ਹੈ ਕਿ ਆਹ 2 ਸਾਲ ਰਿਹਾ ਕਰੋਨਾ ਦਾ ਦੌਰ, ਜੀ ਪੇਪਰ ਹੋਏ ਨੇ ਆਫਲਾਈਨ, ਆਨਲਾਈਨ, ਠੀਕ। ਹੁਣ ਧਿਆਨ ਦਿਆ ਜੀ, ਬਿਲਕੁਲ ਨੰਬਰ ਆ ਰਹੇ ਨੇ 99%, 98%, 97% ਆ ਰਹੇ ਨੇ। ਹਾਂਜੀ ਬਿਲਕੁਲ ਜੀ। ਜੇ 1 ਸਾਲ ਇਸੇ ਤਰ੍ਹਾਂ ਆਨਲਾਈਨ ਪੇਪਰ ਹੋਰ ਹੋ ਗਏ ਤਾਂ ਚੌਥੇ ਸਾਲ ਤੁਸੀਂ ਬੱਚਿਆਂ ਤੋਂ ਆਫਲਾਈਨ ਪੇਪਰ ਲੈ ਹੀ ਨਹੀਂ ਸਕੇ। ਬੱਚਿਆਂ ਨੇ ਹੜਤਾਲਾਂ ਕਰਦੇ ਨੇ, ਤਾਂ ਇਹਦਾ ਆਨਲਾਈਨ ਪੇਪਰ ਦੇਣੇ ਨੇ। ਹੜਤਾਲ ਇਸ ਗੱਲ ਤੇ ਹੋਣੀ ਵੀ ਅਸੀਂ ਆਨਲਾਈਨ ਪੇਪਰ ਦੇ ਦੇਣੇ ਨੇ। HDFC ਨੇ ਪੋਸਟਾਂ ਕੱਢੀਆਂ ਨੇ, ਉਹਨਾਂ 'ਚ ਲਿਖਿਆ ਹੋਇਆ ਹੈ ਕਿ 2021 ਦੇ ਜਿਹੜੇ ਪਾਸ ਆਊਟ ਨੇ ਨਾ, ਉਹ ਅਪਲਾਈ ਨਾ ਕਰਨ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਵੀ ਆਨਲਾਈਨ 'ਚ ਕੀ ਕੀ ਹੋਇਆ। ਮਨੁੱਖੀ ਬੰਦੇ ਨੂੰ ਜਿਵੇਂ ਜਿਵੇਂ ਢਲਦਾ ਜਾਂਦਾ ਨਾ, ਉਹਨੂੰ ਫਿਰ ਮੋੜਨਾ ਔਖਾ ਹੁੰਦਾ, ਪਰ ਔਖੇ ਕੰਮ ਵੀ ਕਿਸੇ ਨੂੰ ਕਰਨੇ ਪੈਣਗੇ, ਔਖੇ ਕੰਮ ਵੀ ਕਿਸੇ ਨੂੰ ਕਰਨੇ ਪੈਣਗੇ। ਅਮੀਰ ਜੀ, ਇਸੇ ਤਰ੍ਹਾਂ ਤੁਸੀਂ ਅੱਜ ਪ੍ਰੋਗਰਾਮ ਵਾਸਤੇ ਸਮਾਂ ਕੱਢਿਆ। ਇਸੇ ਤਰ੍ਹਾਂ ਅਸੀਂ ਹੋਰ ਚਰਚਾ, ਗੱਲਾਂ ਬਾਤਾਂ ਦਾ ਖਜ਼ਾਨਾ ਹੀ ਇੰਨਾ ਹੈ ਕਿ ਗੱਲਬਾਤ ਰੁਕਣ ਵਾਲੀ ਨਹੀਂ ਸੀਗੀ, ਕਿਉਂਕਿ ਹੁਣ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ। ਇਸੇ ਤਰ੍ਹਾਂ ਆਪਾਂ ਫੇਰ ਹੋਰ ਇਸ 'ਤੇ ਜਿਹੜਾ ਇੱਕ ਕੜੀ ਹੋਰ ਲੈ ਕੇ ਆਵਾਂਗੇ। ਤੁਸੀਂ ਅੱਜ ਆਪਦੇ ਇੰਨੇ ਰੁਝੇਵਿਆਂ ਵਿੱਚੋਂ PBC ਵਾਸਤੇ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ PBC ਦਾ ਵੀ ਤੇ PBC ਦੇ ਉਹਨਾਂ ਦਰਸ਼ਕਾਂ ਦਾ ਵੀ ਜਿਹੜੇ ਇਹ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ ਜੇ ਕੋਈ 4 ਬੰਦੇ ਕਹਿਣ ਲੱਗ ਪੈਣ ਕਿ ਇਸ ਗੱਲ 'ਤੇ ਲੜਾਈ ਲੜੀ ਜਾਣੀ ਚਾਹੀਦੀ ਹੈ, ਤਾਂ ਇਸੇ ਗੱਲ ਵਿੱਚ ਸਾਡੀ ਸਫਲਤਾ ਹੋਏਗੀ। ਮੈਂ ਸਮਝਦਾ ਹਾਂ ਕਿ ਸਾਡੇ ਲੋਕਾਂ ਨੂੰ ਜਿੱਥੇ ਜਿੱਥੇ ਬੈਠੇ ਨੇ, ਉਹ ਉਹਨਾਂ ਨੂੰ ਆਪਣੀਆਂ ਸੰਸਥਾਵਾਂ ਲਈ, ਉਦਾਹਰਨ ਦੇ ਤੌਰ 'ਤੇ ਜੇ ਕੋਈ ਬੰਦਾ ਪਿੰਡ 'ਚ ਬੈਠਾ ਹੈ, ਉਹਦੇ ਪਿੰਡ ਦਾ ਸਰਕਾਰੀ ਕਾਲਜ ਤਬਾਹ ਹੋ ਰਿਹਾ, ਤਾਂ ਉਹਨੂੰ ਆਪਣੀ ਪੰਚਾਇਤ ਨੂੰ ਕਹਿ ਕੇ ਤੇ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਹੈ ਆਪਣੇ ਪੋਲੀਟੀਕਲ ਸਰਕਲ ਦੇ ਵਿੱਚ ਕਿ ਭਾਈ ਇਹ ਤਬਾਹੀ ਤਾਂ ਬਚੂਗੀ ਜੇ ਤੁਸੀਂ ਇਹਨੂੰ ਰੋਕੋਗੇ। ਤੁਹਾਡਾ ਬਹੁਤ 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 ਸ਼ੁਕਰੀਆ। ਤਾਂ ਅੱਜ ਅਸੀਂ ਵਿਦਿਅਕ ਅਦਾਰੇ ਕਹਿ ਲਈਏ ਜਾਂ ਪੜ੍ਹਾਈ ਦਾ ਵਿਸ਼ਾ, ਜਿਹੜਾ ਇੱਕ ਸਾਡਾ ਬੜਾ ਵੱਡਾ ਵਿਸ਼ਾ, ਜਿਹੜੀ ਲਗਾਤਾਰ ਕਿਸ ਰਸਤੇ ਵੱਲ ਜਾ ਰਿਹਾ, ਸਾਂਭਣਾ ਵੀ ਐਸੀ ਹੈ। ਸਾਡੇ ਹੁੰਦੇ ਹੀ ਇਹ ਸੰਭਲ ਜੇ ਤਾਂ ਬਹੁਤ ਵਧੀਆ ਹੈ, ਅਤੇ ਸਾਡੇ ਨੌਜਵਾਨਾਂ ਨੂੰ ਜਿਹੜੀ ਇਹ ਲੋੜ ਹੈ ਇਸ ਵਿਸ਼ੇ ਉੱਤੇ ਖੜਨ ਦੀ, ਤਾਂ ਬੜਾ ਵਧੀਆ ਉਹਨਾਂ ਨੇ ਸੁਨੇਹਾ ਦਿੱਤਾ। ਤਾਂ ਅਸੀਂ ਆਸ ਕਰਦੇ ਹਾਂ ਜ਼ਰੂਰ ਆਉਣ ਵਾਲੇ ਸਮੇਂ 'ਚ, ਅਤੇ ਜਿਹੜੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਕੁਝ ਸਿੱਖਿਆ ਹੋਣਾ ਕਿ ਪੜ੍ਹਾਈ ਵਿਸ਼ਾ ਕਿਸ ਤਰੀਕੇ ਨਾਲ ਸਾਡੇ ਪੰਜਾਬ ਦੇ ਵਿੱਚ ਹੈ। ਤਾਂ ਤੁਸੀਂ ਇਸੇ ਤਰ੍ਹਾਂ PBC ਨਾਲ ਬਣੇ ਰਿਹਾ ਕਰੋ। ਜਾਣੀ ਕਿ ਮੈਨੂੰ ਗੁਰਲਾਲ ਸਿੰਘ ਅਤੇ ਮੇਰੇ ਸਾਥੀ ਅਰਸ਼ਦੀਪ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹਿਣਾ PBC ਨਿਊਜ਼।